ਪਿਆਰੇ ਬੱਚਿਓ, ਸਤਿ ਸ਼੍ਰੀ ਅਕਾਲ। ਮੈਂ ਸਤਨਾਮ ਸਿੰਘ ਸਰਕਾਰੀ ਹਾਈ ਸਕੂਲ ਸੈਦਪੁਰ ਕਲਾਂ ਵਿਖੇ ਸਾਇੰਸ ਅਧਿਆਪਕ ਹਾਂ। ਅਸੀਂ ਅੱਜ ਦੀ ਇਸ ਵੀਡੀਓ ਵਿੱਚ ਜਮਾਤ 6ਵੀਂ ਦੇ ਲੈਸਨ ਨੰਬਰ 6 ਸਾਡੇ ਆਲੇ ਦੁਆਲੇ ਦੇ ਪਰਿਵਰਤਨ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਪਿਆਰੇ ਬੱਚਿਓ, ਅੱਜ ਅਸੀਂ ਕਰਾਂਗੇ ਲੈਸਨ ਨੰਬਰ 6 ਸਾਡੇ ਆਲੇ ਦੁਆਲੇ ਦੇ ਪਰਿਵਰਤਨ, ਭਾਵ ਚੇਂਜਿਸ ਅਰਾਊਂਡ ਅਸ। ਬੱਚਿਓ, ਕਲਪਨਾ ਕਰੋ ਕਿ ਤੁਹਾਨੂੰ ਕੋਈ ਜਾਦੂਈ ਸ਼ਕਤੀ ਮਿਲ ਜਾਏ ਜਿਸ ਨਾਲ ਤੁਸੀਂ ਵਸਤੂਆਂ ਨੂੰ ਬਦਲ ਸਕਦੇ ਹੋ, ਪਰ ਅਸਲ ਵਿੱਚ ਐਸੀ ਕੋਈ ਜਾਦੂਈ ਸ਼ਕਤੀ ਨਹੀਂ ਹੁੰਦੀ। ਪਰ ਫਿਰ ਵੀ ਤੁਹਾਡੇ ਆਲੇ ਦੁਆਲੇ ਅਜਿਹੀਆਂ ਬਹੁਤ ਸਾਰੀਆਂ ਵਸਤਾਂ ਹਨ ਜਿਨ੍ਹਾਂ ਨੂੰ ਤੁਸੀਂ ਬਿਨਾਂ ਕਿਸੇ ਜਾਦੂਈ ਸ਼ਕਤੀ ਤੋਂ ਬਦਲ ਸਕਦੇ ਹੋ। ਸਾਡੇ ਚਾਰੇ ਪਾਸੇ ਬਹੁਤ ਸਾਰੇ ਪਰਿਵਰਤਨ ਆਪਣੇ ਆਪ ਹੁੰਦੇ ਰਹਿੰਦੇ ਹਨ। ਖੇਤਾਂ ਵਿੱਚ ਫਸਲਾਂ ਸਮੇਂ ਅਨੁਸਾਰ ਬਦਲਦੀਆਂ ਰਹਿੰਦੀਆਂ ਹਨ, ਪੱਤੀਆਂ ਰੰਗ ਬਦਲਦੀਆਂ ਹਨ ਅਤੇ ਸੁੱਕ ਕੇ ਰੁੱਖ ਤੋਂ ਝੜ ਜਾਂਦੀਆਂ ਹਨ, ਫੁੱਲ ਖਿੜਦੇ ਹਨ ਅਤੇ ਫਿਰ ਮੁਰਝਾ ਜਾਂਦੇ ਹਨ। ਕੀ ਸਾਡੇ ਸਰੀਰ ਵਿੱਚ ਵੀ ਅਜਿਹੇ ਪਰਿਵਰਤਨ ਹੁੰਦੇ ਰਹਿੰਦੇ ਹਨ? ਤੁਹਾਡੇ ਨਹੁੰ ਵੱਧਦੇ ਹਨ, ਤੁਹਾਡੇ ਵਾਲ ਵੱਧਦੇ ਹਨ ਅਤੇ ਤੁਹਾਡਾ ਕੱਦ ਲੰਬਾ ਹੁੰਦਾ ਹੈ। ਇਹਨਾਂ ਸਭ ਦੇ ਵਧਣ ਨਾਲ ਤੁਹਾਡਾ ਭਾਰ ਵੀ ਵੱਧ ਜਾਂਦਾ ਹੈ। ਅੱਛਾ ਬੱਚਿਓ, ਮੈਨੂੰ ਇਹ ਦੱਸੋ ਵੀ ਨਹੁੰ ਅਤੇ ਵਾਲ ਕੱਟਣ ਸਮੇਂ ਦਰਦ ਹੁੰਦਾ ਹੈ? ਨਹੀਂ, ਨਹੁੰ ਅਤੇ ਵਾਲ ਕੱਟਣ ਦੇ ਨਾਲ ਦਰਦ ਨਹੀਂ ਹੁੰਦਾ। ਉਸ ਦਾ ਕਾਰਨ ਇਹ ਹੈ ਕਿ ਨਹੁੰ ਅਤੇ ਵਾਲ ਮਰੇ ਹੋਏ ਸੈੱਲਾਂ ਤੋਂ ਬਣੇ ਹੁੰਦੇ ਹਨ, ਇਸ ਲਈ ਇਹਨਾਂ ਨੂੰ ਕੱਟਣ ਦੇ ਨਾਲ ਦਰਦ ਨਹੀਂ ਹੁੰਦਾ। ਚਲੋ ਬੱਚੋ, ਅੱਗੇ ਆਪਾਂ ਪੜ੍ਹੀਏ। ਇਹਨਾਂ ਸਭ ਦੇ ਵਧਣ ਨਾਲ ਤੁਹਾਡਾ ਭਾਰ ਵੀ ਵੱਧਦਾ ਹੈ। ਆਪਾਂ ਪੁੱਤਰ ਜੀ ਇੱਥੇ ਤੱਕ ਪੜ੍ਹ ਚੁੱਕੇ ਹਾਂ। ਇਹ ਤੁਹਾਨੂੰ ਪਹਿਲਾਂ ਵੀ ਕਦੇ ਮਹਿਸੂਸ ਹੋਇਆ ਹੈ ਕਿ ਤੁਹਾਡੇ ਚਾਰੇ ਪਾਸੇ ਹਰ ਸਮੇਂ ਬਹੁਤ ਸਾਰੇ ਪਰਿਵਰਤਨ ਹੁੰਦੇ ਰਹਿੰਦੇ ਹਨ? ਕੀ ਕੁਝ ਪਰਿਵਰਤਨਾਂ ਨੂੰ ਨਾਲ ਸਮੂਹਾਂ ਵਿੱਚ ਰੱਖ ਸਕਦੇ ਹਾਂ? ਅਸੀਂ ਵਿਭਿੰਨ ਪ੍ਰਕਾਰ ਦੇ ਪਰਿਵਰਤਨਾਂ ਨੂੰ ਸਮੂਹਾਂ ਵਿੱਚ ਕਿਵੇਂ ਰੱਖ ਸਕਦੇ ਹਾਂ? ਇਹਨਾਂ ਵਿੱਚ ਜੇਕਰ ਕੋਈ ਸਮਾਨਤਾ ਮਿਲੇਗੀ ਤਾਂ ਇਹ ਸਾਡੇ ਲਈ ਸਹਾਇਕ ਹੋਵੇਗਾ। ਪੁੱਤਰ ਜੀ, ਐਕਟੀਵਿਟੀ ਹੈ ਆਪਣੇ ਕੋਲ ਇੱਕ, ਕਿਹਦੇ ਨਾਲ ਸੰਬੰਧਿਤ ਹੈ ਇਹ? ਕਿ ਸਾਰੇ ਪਰਿਵਰਤਨ ਸਦਾ ਉਲਟ ਕੀਤੇ ਜਾ ਸਕਦੇ ਹਨ। ਚਲੋ ਬੱਚਿਓ, ਇਸ ਨੂੰ ਸਮਝਣ ਦੇ ਲਈ ਆਪਾਂ ਕੁਝ ਐਕਟੀਵਿਟੀਜ਼ ਕਰਦੇ ਹਾਂ। ਆਪਣੇ ਕੋਲ ਪਹਿਲੀ ਐਕਟੀਵਿਟੀ ਜਾਂ ਕਿਰਿਆ ਹੈ। ਕਿਰਿਆ ਇੱਕ ਗੁਬਾਰਾ ਲਓ, ਇਸ ਨੂੰ ਫੈਲਾਓ, ਸਾਵਧਾਨੀ ਵਰਤੋ ਕਿ ਫਟ ਨਾ ਜਾਏ। ਗੁਬਾਰੇ ਦਾ ਆਕਾਰ ਤੇ ਸ਼ਕਲ ਬਦਲ ਗਈ ਹੈ। ਹੁਣ ਇਸ ਦੀ ਹਵਾ ਨਿਕਲਣ ਦਿਓ। ਕਿਰਿਆ ਨੰਬਰ 2, ਇੱਕ ਕਾਗਜ਼ ਦਾ ਟੁਕੜਾ ਲਓ ਅਤੇ ਉਸ ਨੂੰ ਚਿੱਤਰ 6.2 ਦੇ ਅਨੁਸਾਰ ਮੋੜੋ ਤਾਂ ਕਿ ਇਹ ਇੱਕ ਖਿਡੌਣਾ ਹਵਾਈ ਜਹਾਜ਼ ਬਣ ਜਾਏ। ਜਿੰਨਾ ਚਿਰ ਪੁੱਤਰ ਜੀ ਤੁਸੀਂ ਇਸ ਨਾਲ ਖੇਡਣਾ ਚਾਹੁੰਦੇ ਹੋ, ਜਹਾਜ਼ ਨਾਲ ਖੇਡੋ। ਜਦੋਂ ਤੁਸੀਂ ਥੱਕ ਜਾਓ ਤਾਂ ਕਾਗਜ਼ ਨੂੰ ਦੁਬਾਰਾ ਸਿੱਧਾ। ਇਸੇ ਤਰ੍ਹਾਂ ਪੁੱਤਰ ਜੀ ਐਕਟੀਵਿਟੀ ਨੰਬਰ 3 ਹੈ, ਜਿਸ ਵਿੱਚ ਆਟਾ ਗੁੰਨ ਕੇ ਉਸ ਦੀ ਰੋਟੀ ਬਣਾਉਣੀ ਹੈ। ਗੁੰਨੇ ਹੋਏ ਆਟੇ ਦਾ ਇੱਕ ਪੇੜਾ ਬਣਾਓ, ਇਸ ਦੀ ਰੋਟੀ ਵੇਲਣ ਦੀ ਕੋਸ਼ਿਸ਼ ਕਰੋ। ਸ਼ਾਇਦ ਤੁਸੀਂ ਇਸ ਦੇ ਆਕਾਰ ਨਾਲ ਖੁਸ਼ ਨਾ ਹੋਵੋ ਅਤੇ ਇਸ ਰੋਟੀ ਨੂੰ ਦੁਬਾਰਾ ਪੇੜੇ ਵਿੱਚ ਪਰਿਵਰਤਿਤ ਕਰਨਾ ਚਾਹੋ, ਤਾਂ ਤੁਸੀਂ ਤਦ ਤੱਕ ਇਸ ਨੂੰ ਵੇਲਣਾ ਹੈ, ਤਦ ਤੱਕ ਰੋਟੀ ਬਣਾਉਣ ਦੀ ਕੋਸ਼ਿਸ਼ ਕਰਨੀ ਹੈ ਜਦ ਤੱਕ ਤੁਹਾਡੇ ਕੋਲ ਗੋਲ ਰੋਟੀ ਨਾ ਬਣ ਜਾਏ। ਇਸ ਨਾਲ ਤੁਸੀਂ ਬਾਰ-ਬਾਰ ਉਸ ਪੇੜੇ ਨੂੰ ਵੇਲ ਕੇ ਰੋਟੀ ਬਣਾ ਸਕਦੇ ਹੋ। ਰੋਟੀ ਨੂੰ ਦੁਬਾਰਾ ਤੁਸੀਂ ਪੇੜੇ ਵਿੱਚ ਬਦਲ ਸਕਦੇ ਹੋ। ਹੁਣ ਤੁਸੀਂ ਕਿਰਿਆਵਾਂ 1, 2 ਅਤੇ 3 ਵਿੱਚ ਜੋ 3 ਪਰਿਵਰਤਨ ਦੇਖੇ ਹਨ ਉਹਨਾਂ ਬਾਰੇ ਸੋਚੋ। ਉਹਨਾਂ ਵਿੱਚ ਇੱਕੋ ਜਿਹਾ ਕੀ ਹੈ? ਕੀ ਇਹ ਸੰਭਵ ਹੈ ਕਿ ਗੁਬਾਰਾ ਆਪਣੇ ਪਹਿਲੇ ਆਕਾਰ ਅਤੇ ਸ਼ਕਲ ਵਿੱਚ ਆ ਜਾਏ? ਕੀ ਕਾਗਜ਼ ਦਾ ਆਕਾਰ
ਪਹਿਲਾਂ ਅਤੇ ਹਵਾਈ ਜਹਾਜ਼ ਬਣਾਉਣ ਤੋਂ ਬਾਅਦ ਸਮਾਨ ਹੈ ਕਿ ਗੁੰਨੇ ਹੋਏ ਆਟੇ ਤੋਂ ਫਿਰ ਪੇੜਾ ਬਣਾਉਣਾ ਸੰਭਵ ਹੈ। ਬੱਚਿਓ, ਤੁਸੀਂ ਇਹ ਦੇਖਿਆ ਹੋਵੇਗਾ ਇਹਨਾਂ ਕਿਰਿਆਵਾਂ ਵਿੱਚ ਪਦਾਰਥ ਨੂੰ ਉਹਨਾਂ ਦੇ ਮੁੱਢਲੇ ਰੂਪ ਵਿੱਚ ਪਰਿਵਰਤਿਤ ਕੀਤਾ ਜਾ ਸਕਦਾ ਹੈ। ਜਿਵੇਂ ਗੁੰਨੇ ਹੋਏ ਆਟੇ ਤੋਂ ਪੇੜਾ ਬਣਾਇਆ ਜਾ ਸਕਦਾ ਹੈ ਅਤੇ ਪੇੜੇ ਤੋਂ ਰੋਟੀ ਬਣਾਈ ਜਾ ਸਕਦੀ ਹੈ, ਭਾਵ ਬੇਲੀ ਜਾ ਸਕਦੀ ਹੈ। ਪਰ ਉਸ ਰੋਟੀ ਤੋਂ ਦੁਬਾਰਾ ਪੇੜਾ ਬਣਾਇਆ ਵੀ ਜਾ ਸਕਦਾ ਹੈ। ਅਗਰ ਕਾਗਜ਼ ਦੇ ਟੁਕੜੇ ਤੋਂ ਇੱਕ ਜਹਾਜ਼ ਜਾਂ ਕੋਈ ਹੋਰ ਖਿਡੌਣਾ ਬਣਾਉਂਦੇ ਹਾਂ ਤਾਂ ਉਸ ਖਿਡੌਣੇ ਨੂੰ ਦੁਬਾਰਾ ਕਾਗਜ਼ ਵਿੱਚ ਪਰਿਵਰਤਿਤ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਅਗਰ ਗੁਬਾਰੇ ਨੂੰ ਫੁਲਾਇਆ ਜਾਂਦਾ ਹੈ ਤਾਂ ਫੁੱਲੇ ਹੋਏ ਗੁਬਾਰੇ ਵਿੱਚੋਂ ਹਵਾ ਕੱਢਣ ਤੋਂ ਬਾਅਦ ਉਹ ਮੁੜ ਆਪਣੀ ਪਹਿਲਾਂ ਦੀ ਅਵਸਥਾ ਵਿੱਚ ਆ ਜਾਂਦਾ ਹੈ। ਇੱਦਾਂ ਦੇ ਪਰਿਵਰਤਨਾਂ ਨੂੰ ਭੌਤਿਕ ਪਰਿਵਰਤਨ ਕਿਹਾ ਜਾਂਦਾ ਹੈ ਅਤੇ ਭੌਤਿਕ ਪਰਿਵਰਤਨ ਨੂੰ ਉਲਟਾਇਆ ਜਾ ਸਕਦਾ ਹੈ, ਭਾਵ ਇਹਨਾਂ ਨੂੰ ਮੁੜ ਉਸੇ ਅਵਸਥਾ ਦੇ ਵਿੱਚ ਬਦਲਿਆ ਜਾ ਸਕਦਾ ਹੈ ਜਿਸ ਅਵਸਥਾ ਦੇ ਵਿੱਚੋਂ ਇਹ ਕਿਰਿਆ ਜਾਂ ਪਰਿਵਰਤਨ ਸ਼ੁਰੂ ਹੁੰਦੀ ਹੈ। ਚਲੋ ਇਹਨਾਂ ਕਿਰਿਆਵਾਂ ਨੂੰ ਇੱਕ ਵੱਖਰੇ ਅੰਦਾਜ਼ ਵਿੱਚ ਕੀਤਾ ਜਾਏ। ਕਿਰਿਆ 4, ਹੁਣ ਉਸੇ ਗੁਬਾਰੇ ਨੂੰ ਲਓ ਜਿਸ ਨੂੰ ਕਿਰਿਆ 1 ਵਿੱਚ ਉਪਯੋਗ ਕੀਤਾ ਗਿਆ ਸੀ। ਉਸ ਨੂੰ ਉਸੇ ਤਰ੍ਹਾਂ ਪੂਰੇ ਆਕਾਰ ਵਿੱਚ ਫੈਲਾਓ ਅਤੇ ਉਸ ਦੇ ਮੂੰਹ ਨੂੰ ਪਤਲੇ ਧਾਗੇ ਨਾਲ ਬੰਨ੍ਹੋ। ਗੁਬਾਰੇ ਵਿੱਚ ਆਪਣੀ ਨੁਕੀਲੀ ਪੈਨਸਲ ਨਾਲ ਸ਼ੇਕ ਕਰੋ, ਉਹ ਗੁਬਾਰਾ ਫਟ ਜਾਏਗਾ। ਹੁਣ ਇਸ ਅਵਸਥਾ ਨੂੰ ਅਗਰ ਦੇਖਿਆ ਜਾਏ ਤਾਂ ਫਟੇ ਹੋਏ ਗੁਬਾਰੇ ਤੋਂ ਦੁਬਾਰਾ ਪਹਿਲਾਂ ਵਾਲਾ ਗੁਬਾਰਾ ਨਹੀਂ ਬਣਾਇਆ ਜਾ ਸਕਦਾ, ਭਾਵ ਇਹ ਪਰਿਵਰਤਨ ਨਾ ਉਲਟਾਉਣ ਯੋਗ ਹੈ, ਭਾਵ ਅਪਰਤਮੇ ਪਰਿਵਰਤਨ ਹਨ। ਇਸੇ ਤਰ੍ਹਾਂ ਕਿਰਿਆ 5, ਹੁਣ ਉਹੀ ਕਾਗਜ਼ ਦਾ ਟੁਕੜਾ ਲਓ ਜਿਸ ਨੂੰ ਕਿਰਿਆ 2 ਵਿੱਚ ਤੁਸੀਂ ਪ੍ਰਯੋਗ ਕੀਤਾ ਹੈ। ਉਸ ਦੇ ਉੱਪਰ ਇੱਕ ਹਵਾਈ ਜਹਾਜ਼ ਦਾ ਰੇਖਾ ਚਿੱਤਰ ਬਣਾਓ। ਬੱਚਿਓ, ਇਹ ਧਿਆਨ ਦੇਣਾ ਹੈ ਕਿ ਇਸ ਵਿੱਚ ਜਹਾਜ਼ ਪੇਪਰ ਦੇ ਉੱਪਰ ਬਣਾਉਣਾ ਹੈ, ਪੇਪਰ ਦਾ ਜਹਾਜ਼ ਨਹੀਂ ਬਣਾਉਣਾ ਹੈ, ਭਾਵ ਕਿ ਜਹਾਜ਼ ਦਾ ਚਿੱਤਰ ਬਣਾਉਣਾ ਹੈ ਅਤੇ ਉਸ ਨੂੰ ਬਾਹਰੀ ਰੇਖਾ ਦੇ ਨਾਲ ਕੱਟ ਦਿਓ। ਹੁਣ ਚਿੱਤਰ ਦੇ ਵਿੱਚ ਬੱਚਿਓ ਬੜਾ ਸਾਫ਼ ਨਜ਼ਰ ਆ ਰਿਹਾ ਹੈ ਕਿ ਜਹਾਜ਼ ਨੂੰ ਕੈਂਚੀ ਦੀ ਸਹਾਇਤਾ ਦੇ ਨਾਲ ਪੇਪਰ ਵਿੱਚੋਂ ਕੱਟ ਕੇ ਵੱਖ ਕਰ ਲਿਆ ਹੈ। ਕਿਆ ਹੁਣ ਇਸ ਕੱਟੇ ਹੋਏ ਜਹਾਜ਼ ਤੋਂ ਦੁਬਾਰਾ ਪਹਿਲਾਂ ਵਾਲਾ ਪੇਪਰ ਬਣਾਇਆ ਜਾ ਸਕਦਾ ਹੈ? ਬਿਲਕੁਲ ਸਹੀ। ਹੁਣ ਇਸ ਕੱਟੇ ਹੋਏ ਜਹਾਜ਼ ਤੋਂ, ਕੱਟੇ ਹੋਏ ਕਾਗਜ਼ ਦੇ ਟੁਕੜੇ ਤੋਂ ਪਹਿਲਾਂ ਵਾਲਾ ਪੇਪਰ ਨਹੀਂ ਬਣਾਇਆ ਜਾ ਸਕਦਾ, ਭਾਵ ਇਹ ਵੀ ਨਾ ਉਲਟਾਉਣ ਯੋਗ ਪਰਿਵਰਤਨ ਹੈ। ਹੁਣ ਕਿਰਿਆ 6, ਗੁੰਨੇ ਹੋਏ ਆਟੇ ਦੇ ਪੇੜੇ ਤੋਂ ਰੋਟੀ ਵੇਲ ਕੇ ਉਸ ਨੂੰ ਤਵੇ 'ਤੇ ਸੇਕੋ। ਪੁੱਤਰ ਜੀ, ਅਗਰ ਤੁਹਾਨੂੰ ਯਾਦ ਹੋਵੇ ਤਾਂ ਇੱਕ ਆਪਾਂ ਕਿਰਿਆ ਪਹਿਲਾਂ ਕਰ ਚੁੱਕੇ ਹਾਂ। ਉਸ ਵਿੱਚ ਗੁੰਨੇ ਹੋਏ ਆਟੇ ਤੋਂ ਪੇੜਾ ਬਣਾਇਆ ਸੀ ਅਤੇ ਪੇੜੇ ਤੋਂ ਰੋਟੀ ਵੇਲੀ ਸੀ। ਹੁਣ ਉਸ ਵੇਲੇ ਹੋਏ ਰੋਟੀ ਤੋਂ ਦੁਬਾਰਾ ਪੇੜਾ ਬਣਾਇਆ ਜਾ ਸਕਦਾ ਸੀ, ਪਰ ਹੁਣ ਇਸ ਵਿੱਚ ਕੀ ਕੀਤਾ ਗਿਆ ਹੈ ਕਿ ਰੋਟੀ ਨੂੰ ਤਵੇ ਉੱਪਰ ਸੇਕ ਦਿੱਤਾ ਗਿਆ ਹੈ, ਮਤਲਬ ਰੋਟੀ ਬਣਾ ਲਈ ਗਈ ਹੈ। ਤੋ ਹੁਣ ਅਗਰ ਇਸ ਨੂੰ ਆਪਾਂ ਦੇਖੀਏ, ਕਿਆ ਇਸ ਫੁੱਲੀ ਹੋਈ ਰੋਟੀ ਤੋਂ ਜਾਂ ਸੇਕੀ ਹੋਈ ਰੋਟੀ ਤੋਂ ਦੁਬਾਰਾ ਪੇੜਾ ਬਣਾਇਆ ਜਾ ਸਕਦਾ ਹੈ? ਬਿਲਕੁਲ ਸਹੀ। ਇਸ ਫੁੱਲੀ ਹੋਈ ਰੋਟੀ ਤੋਂ ਦੁਬਾਰਾ ਪੇੜਾ ਨਹੀਂ ਬਣਾਇਆ ਜਾ ਸਕਦਾ, ਭਾਵ ਇਹ ਵੀ ਇੱਕ ਨਾ ਉਲਟਾਉਣ ਯੋਗ ਪਰਿਵਰਤਨ ਹੈ। ਬੱਚਿਓ, ਤੁਸੀਂ ਹੁਣ ਤੱਕ ਇਹ ਦੇਖ ਚੁੱਕੇ ਹੋ, ਇਹ ਤੁਸੀਂ ਹੁਣ ਸਮਝ ਚੁੱਕੇ ਹੋ ਕਿ ਪਰਿਵਰਤਨ 2 ਕਿਸਮ ਦੇ ਹੁੰਦੇ ਹਨ, ਉਲਟਾਉਣ ਯੋਗ ਪਰਿਵਰਤਨ ਅਤੇ ਨਾ ਉਲਟਾਉਣ ਯੋਗ ਪਰਿਵਰਤਨ, ਪਰਤਵੇਂ ਪਰਿਵਰਤਨ ਅਤੇ ਨਾ ਪਰਤਵੇਂ ਪਰਿਵਰਤਨ। ਉਲਟਾਉਣ ਯੋਗ ਪਰਿਵਰਤਨ ਉਹ ਪਰਿਵਰਤਨ ਹੁੰਦੇ ਹਨ ਜਿਸ ਵਿੱਚ ਮੁੱਢਲੀ ਅਤੇ ਅੰਤਿਮ ਅਵਸਥਾ ਇੱਕੋ ਜਿਹੀ ਹੁੰਦੀ ਹੈ, ਭਾਵ ਮੁੱਢਲੀ ਅਵਸਥਾ ਤੋਂ ਅੰਤਿਮ ਅਵਸਥਾ ਅਤੇ ਅੰਤਿਮ ਅਵਸਥਾ ਤੋਂ ਮੁੱਢਲੀ ਅਵਸਥਾ ਬਣਾਈ ਜਾ ਸਕਦੀ ਹੈ। ਉਸ ਪਰਿਵਰਤਨ ਨੂੰ ਪਰਤਵੇਂ ਪਰਿਵਰਤਨ
ਜਾਂ ਉਲਟਾਉਣਯੋਗ ਪਰਿਵਰਤਨ ਕਿਹਾ ਜਾਂਦਾ ਹੈ। ਨਾ ਉਲਟਾਉਣਯੋਗ ਪਰਿਵਰਤਨ ਅਜਿਹੇ ਪਰਿਵਰਤਨ ਹਨ ਜਿਸ ਵਿੱਚ ਅੰਤਿਮ ਅਵਸਥਾ ਤੋਂ ਮੁੱਢਲੀ ਅਵਸਥਾ ਵਿੱਚ ਪਰਿਵਰਤਨ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਪੁੱਤਰ ਜੀ ਕੁਝ ਹੋਰ ਉਦਾਹਰਨਾਂ ਹਨ, ਜਿਵੇਂ ਪੈਨਸਿਲ ਅਤੇ ਰਬੜ ਦਾ ਉਪਯੋਗ। ਜਦੋਂ ਤੁਸੀਂ ਪੈਨਸਿਲ ਅਤੇ ਰਬੜ ਦਾ ਉਪਯੋਗ ਕਰਦੇ ਹੋ ਤਾਂ ਤੁਹਾਨੂੰ ਬਾਰ-ਬਾਰ ਉਹਨਾਂ ਦੀ ਲੋੜ ਪੈਂਦੀ ਹੈ। ਤੁਸੀਂ ਬਾਰ-ਬਾਰ ਉਹਨਾਂ ਦਾ ਉਪਯੋਗ ਕਰਦੇ ਹੋ ਅਤੇ ਬਾਰ-ਬਾਰ ਉਹਨਾਂ ਦਾ ਉਪਯੋਗ ਕਰਨ ਦੇ ਨਾਲ ਉਹਨਾਂ ਦੀ ਸ਼ਕਲ ਵਿੱਚ ਅਤੇ ਆਕਾਰ ਵਿੱਚ ਪਰਿਵਰਤਨ ਆ ਜਾਂਦਾ ਹੈ। ਕਿਆ ਇਹ ਜੋ ਪਰਿਵਰਤਨ ਹੈ ਉਲਟਾਉਣਯੋਗ ਜਾਂ ਫਿਰ ਨਾ ਉਲਟਾਉਣਯੋਗ ਹੈ? ਕਿਆ ਇਹਨਾਂ ਦੀ ਅੰਤਿਮ ਅਵਸਥਾ ਤੋਂ, ਮਤਲਬ ਜੋ ਪੈਨਸਿਲ ਵਰਤ ਲਈ ਹੈ, ਜੋ ਪੈਨਸਿਲ ਛੋਟੀ ਹੋ ਗਈ ਹੈ, ਉਸ ਪੈਨਸਿਲ ਤੋਂ, ਛੋਟੀ ਪੈਨਸਿਲ ਤੋਂ ਵੱਡੀ ਪੈਨਸਿਲ ਬਣਾਈ ਜਾ ਸਕਦੀ ਹੈ? ਨਹੀਂ। ਇਸ ਲਈ ਵਰਤੀ ਹੋਈ ਪੈਨਸਿਲ ਅਤੇ ਰਬੜ ਦਾ ਜੋ ਪਰਿਵਰਤਨ ਹੈ ਇਹ ਨਾ ਉਲਟਾਉਣਯੋਗ ਪਰਿਵਰਤਨ ਹੈ। ਇਸੇ ਤਰ੍ਹਾਂ ਘੁਮਿਆਰ ਆਪਣੇ ਚੱਕ 'ਤੇ ਕੰਮ ਕਰਦੇ ਜ਼ਰੂਰ ਵੇਖੇ ਹੋਣਗੇ। ਉਹ ਮਿੱਟੀ ਦੇ ਢੇਰ ਨੂੰ ਬਰਤਨ ਵਿੱਚ ਬਦਲ ਦਿੰਦਾ ਹੈ। ਹੁਣ ਇਸ ਬਰਤਨ ਤੋਂ ਦੁਬਾਰਾ ਮਿੱਟੀ ਬਣਾਈ ਜਾ ਸਕਦੀ ਹੈ, ਪਰ ਇੱਕ ਵਾਰ ਜਦੋਂ ਇਸ ਬਰਤਨ ਨੂੰ ਭੱਠੀ ਵਿੱਚ ਸੇਕ ਲਿਆ ਜਾਂਦਾ ਹੈ, ਭੱਠੀ ਵਿੱਚ ਪਕਾ ਲਿਆ ਜਾਂਦਾ ਹੈ, ਤਾਂ ਫਿਰ ਉਸ ਬਰਤਨ ਤੋਂ ਦੁਬਾਰਾ ਮਿੱਟੀ ਨਹੀਂ ਬਣਾਈ ਜਾ ਸਕਦੀ। ਪੁੱਤਰ ਜੀ, ਇਹ ਜੋ ਕਿਰਿਆਵਾਂ, ਜੋ ਐਕਟੀਵਿਟੀਜ਼ ਆਪਾਂ ਕੀਤੀਆਂ ਹਨ, ਇਹਨਾਂ ਨੂੰ ਕਾਪੀ ਦੇ ਉੱਪਰ ਲਿਖਣਾ ਹੈ ਅਤੇ ਸੁੰਦਰ ਸੁੰਦਰ ਉਹਨਾਂ ਦੇ ਚਿੱਤਰ ਬਣਾਉਣੇ ਹਨ। ਸਾਰਣੀ ਭਾਵ ਟੇਬਲ 6.1 ਵਿੱਚ ਕੁਝ ਸਧਾਰਨ ਪਰਿਵਰਤਨ ਦਿੱਤੇ ਗਏ ਹਨ। ਤੁਹਾਡੇ ਵਿਚਾਰ ਵਿੱਚ ਇਹਨਾਂ ਵਿੱਚੋਂ ਕਿਹੜੇ ਪਰਿਵਰਤਨ ਉਲਟਾਉਣਯੋਗ ਹਨ ਜਾਂ ਫਿਰ ਨਾ ਉਲਟਾਉਣਯੋਗ ਹਨ? ਚਲੋ ਇਸ ਬਾਰੇ ਕੁਝ ਚਰਚਾ ਕਰੀਏ। ਤਾਂ ਸਾਰਣੀ 6.1 ਕੁਝ ਸਧਾਰਨ ਪਰਿਵਰਤਨ, ਤਾਂ ਇਹਦੇ ਵਿੱਚ 2 ਕਾਲਮ ਬਣਾਏ ਗਏ ਹਨ, ਪਰਿਵਰਤਨ, ਅਤੇ ਦੂਸਰੇ ਕਾਲਮ ਵਿੱਚ ਹੈ ਉਲਟ ਕੀਤਾ ਜਾ ਸਕਦਾ ਹੈ। ਪਹਿਲਾ ਹੈ ਜੀ ਪਰਿਵਰਤਨ ਕੱਚੇ ਆਂਡੇ ਤੋਂ ਉਬਲਿਆ ਆਂਡਾ। ਕਿਆ ਇਸ ਨੂੰ ਉਲਟਾਇਆ ਜਾ ਸਕਦਾ ਹੈ? ਕਿਆ ਉਬਲੇ ਹੋਏ ਆਂਡੇ ਤੋਂ ਕੱਚਾ ਆਂਡਾ ਤਿਆਰ ਕੀਤਾ ਜਾ ਸਕਦਾ ਹੈ? ਨਹੀਂ। ਦੂਸਰਾ ਹੈ ਗਾੜੇ ਘੋਲ ਤੋਂ ਇਡਲੀ ਤਿਆਰ ਕਰਨਾ। ਇਡਲੀ ਬਣਾਉਣ ਦੇ ਲਈ ਬੱਚਿਓ ਇਸ ਨੂੰ ਸੇਕਣਾ ਪੈਂਦਾ ਹੈ। ਇਸ ਲਈ ਇੱਕ ਵਾਰ ਅਗਰ ਇਡਲੀ ਬਣ ਗਈ ਤਾਂ ਇਡਲੀ ਤੋਂ ਦੁਬਾਰਾ ਗਾੜਾ ਘੋਲ ਤਿਆਰ ਨਹੀਂ ਕੀਤਾ ਜਾ ਸਕਦਾ। ਇਸ ਲਈ ਇਹ ਨਾ ਉਲਟਾਉਣਯੋਗ ਪਰਿਵਰਤਨ ਹੈ। ਅਗਲਾ ਅਗਰ ਅੱਜ ਦੇਖਦੇ ਹਾਂ ਇਸ ਦੇ ਵਿੱਚ, ਤਾਂ ਗਿੱਲੇ ਕੱਪੜੇ ਤੋਂ ਸੁੱਕਾ ਕੱਪੜਾ। ਇਹ ਜਿਹੜਾ ਪਰਿਵਰਤਨ ਹੈ, ਹਾਂਜੀ, ਉਲਟਾਉਣਯੋਗ ਹੈ ਜਾਂ ਫਿਰ ਨਾ ਉਲਟਾਉਣਯੋਗ? ਕਿਆ ਗਿੱਲੇ ਕੱਪੜੇ ਤੋਂ ਸੁੱਕਾ ਕੱਪੜਾ ਅਤੇ ਸੁੱਕੇ ਕੱਪੜੇ ਤੋਂ ਗਿੱਲਾ ਕੱਪੜਾ ਕੀਤਾ ਜਾ ਸਕਦਾ ਹੈ? ਬਿਲਕੁਲ ਸਹੀ, ਭਾਵ ਇਹ ਉਲਟਾਉਣਯੋਗ ਹੈ। ਉੱਨ ਦੇ ਧਾਗੇ ਤੋਂ ਬਣਿਆ ਸਵੈਟਰ, ਇਹ ਉਲਟਾਉਣਯੋਗ ਹੈ। ਕਿਆ ਸਵੈਟਰ ਤੋਂ ਦੁਬਾਰਾ ਉੱਨ ਤਿਆਰ ਕੀਤੀ ਜਾ ਸਕਦੀ ਹੈ? ਬਿਲਕੁਲ ਕੀਤੀ ਜਾ ਸਕਦੀ, ਉਹਨੂੰ ਉਧੇੜਨਾ ਪਏਗਾ ਆਪਾਂ ਨੂੰ। ਤਾਂ ਸਵੈਟਰ ਤੋਂ ਉੱਨ ਅਤੇ ਉੱਨ ਤੋਂ ਸਵੈਟਰ ਬਣਨਾ ਉਲਟਾਉਣਯੋਗ ਪਰਿਵਰਤਨ ਹੈ। ਅਨਾਜ ਤੋਂ ਬਣਾਇਆ ਗਿਆ ਆਟਾ। ਅਨਾਜ ਤੋਂ ਅਗਰ ਇੱਕ ਵਾਰ ਆਟਾ ਬਣ ਜਾਏ ਤਾਂ ਕਿਆ ਆਟੇ ਤੋਂ ਦੁਬਾਰਾ ਅਨਾਜ ਪੈਦਾ ਕੀਤਾ ਜਾ ਸਕਦਾ ਹੈ? ਨਹੀਂ। ਇਸ ਤੋਂ ਭਾਵ ਇਹ ਨਾ ਉਲਟਾਉਣਯੋਗ ਹੈ। ਠੰਡੇ ਦੁੱਧ ਤੋਂ ਗਰਮ ਦੁੱਧ, ਬਿਲਕੁਲ ਸਹੀ ਹੈ ਜੀ। ਇਹ ਦੁੱਧ ਨੂੰ ਗਰਮ ਕਰ ਦਿਓ ਤਾਂ ਗਰਮ ਦੁੱਧ ਬਣ ਜਾਣਾ, ਉਹਨੂੰ ਠੰਡਾ ਕਰ ਦਿਓ ਤਾਂ ਠੰਡਾ ਦੁੱਧ ਬਣ ਜਾਣਾ। ਇਸ ਤੋਂ ਭਾਵ ਇਹ ਉਲਟਾਉਣਯੋਗ ਪਰਿਵਰਤਨ ਹੈ। ਸਿੱਧੀ ਰੱਸੀ ਤੋਂ ਵਲਦਾਰ ਰੱਸੀ, ਬਿਲਕੁਲ ਸਹੀ, ਉਲਟਾਉਣਯੋਗ ਪਰਿਵਰਤਨ। ਕਲੀ ਤੋਂ ਫੁੱਲ ਦਾ ਬਣਨਾ, ਫੁੱਲ ਤੋਂ ਕਲੀ ਜਾਂ ਕਲੀ ਤੋਂ ਫੁੱਲ, ਨਾ ਉਲਟਾਉਣਯੋਗ ਪਰਿਵਰਤਨ। ਦੁੱਧ ਤੋਂ ਪਨੀਰ ਦਾ ਬਣਨਾ, ਪਨੀਰ ਤੋਂ ਦੁਬਾਰਾ ਦੁੱਧ ਨਹੀਂ ਬਣਾਇਆ ਜਾ ਸਕਦਾ, ਇਸ ਲਈ ਇਹ ਨਾ ਉਲਟਾਉਣਯੋਗ ਪਰਿਵਰਤਨ ਹੈ। ਗਾਂ ਦੇ ਗੋਹੇ ਤੋਂ ਬਾਇਓਗੈਸ ਪੈਦਾ ਕਰਨਾ, ਇਹ ਨਾ ਉਲਟਾਉਣਯੋਗ ਪਰਿਵਰਤਨ ਹੈ। ਖਿੱਚੇ ਰਬੜ ਬੈਂਡ ਤੋਂ ਪਹਿਲਾ ਸਧਾਰਨ ਸਾਈਜ਼ ਦਾ ਰਬੜ ਬੈਂਡ। ਬੱਚੋ ਅਗਰ ਤੁਸੀਂ ਰਬੜ ਨੂੰ ਖਿੱਚ ਦਿੰਦੇ ਆ ਤਾਂ ਇਹਦਾ ਆਕਾਰ ਵਿੱਚ ਪਰਿਵਰਤਨ ਹੋ ਜਾਂਦਾ ਹੈ। ਅਗਰ ਤੁਸੀਂ ਰਬੜ ਨੂੰ ਢਿੱਲਾ ਛੱਡਦੇ ਹੋ ਤਾਂ ਇਹ ਆਪਣੀ ਮੁੱਢਲੀ ਅਵਸਥਾ ਵਿੱਚ ਆ ਜਾਂਦੀ ਹੈ। ਇਸ ਲਈ ਇਹ ਇੱਕ ਉਲਟਾਉਣਯੋਗ ਪਰਿਵਰਤਨ ਹੈ। ਜੰਮੀ ਹੋਈ ਆਈਸਕ੍ਰੀਮ ਤੋਂ ਪਿਘਲੀ ਹੋਈ ਆਈਸਕ੍ਰੀਮ। ਬੱਚੋ ਗਰਮੀਆਂ ਦੇ ਦਿਨਾਂ ਦੇ ਵਿੱਚ ਆਈਸਕ੍ਰੀਮ ਜਾਂ ਫਿਰ ਕੁਲਫੀ ਜ਼ਰੂਰ ਖਾਧੀ ਹੋਏਗੀ।
ਜਦੋਂ ਆਈਸਕ੍ਰੀਮ ਨੂੰ ਜਾਂ ਬਰਫ਼ ਨੂੰ ਜਾਂ ਕੁਲਫੀ ਨੂੰ ਕਮਰੇ ਦੇ ਤਾਪਮਾਨ 'ਤੇ ਲਿਆਂਦਾ ਜਾਂਦਾ ਹੈ ਤਾਂ ਉਹ ਪਿਘਲਣਾ ਸ਼ੁਰੂ ਕਰ ਦਿੰਦੀ ਹੈ। ਅਗਰ ਉਸ ਨੂੰ ਦੁਬਾਰਾ ਫਰੀਜ਼ਰ 'ਚ ਲਗਾ ਦਿੱਤਾ ਜਾਏ ਜਾਂ ਬਰਫ਼ ਵਿੱਚ ਲਗਾ ਦਿੱਤਾ ਜਾਏ ਤਾਂ ਉਸ ਆਈਸਕ੍ਰੀਮ ਨੂੰ ਜਮਾਇਆ ਜਾ ਸਕਦਾ ਹੈ। ਇਸ ਲਈ ਇਹ ਇੱਕ ਉਲਟਾਉਣਯੋਗ ਪਰਿਵਰਤਨ ਹੈ। ਕੀ ਪਰਿਵਰਤਨ ਕਰਨ ਦੇ ਹੋਰ ਤਰੀਕੇ ਹੋ ਸਕਦੇ ਹਨ? ਚਲੋ ਬੱਚਿਓ, ਇਸ ਬਾਰੇ ਜਾਣਕਾਰੀ ਪ੍ਰਾਪਤ ਕਰੀਏ। ਅਸੀਂ ਸਾਰਿਆਂ ਨੇ ਮਿੱਟੀ ਨੂੰ ਪੁੱਟਣ ਵਾਲੇ ਸੰਦ ਦੇਖੇ ਹੋਣਗੇ। ਕੀ ਤੁਸੀਂ ਇਹਨਾਂ ਸੰਦਾਂ ਨੂੰ ਦੇਖਿਆ ਹੈ ਕਿ ਇਹ ਇੱਕ ਲੋਹੇ ਦੇ ਫਾਲੇ ਨੂੰ ਕਿਸ ਤਰ੍ਹਾਂ ਇੱਕ ਲੱਕੜ ਦੇ ਹੱਥੇ ਜਾਂ ਦਸਤੇ 'ਤੇ ਲਗਾ ਦਿੱਤਾ ਜਾਂਦਾ ਹੈ। ਇਹਨਾਂ ਸੰਦਾਂ ਵਿੱਚ ਲੋਹੇ ਦੇ ਫਾਲੇ ਵਿੱਚ ਇੱਕ ਵੱਡਾ ਛੇਕ ਹੁੰਦਾ ਹੈ, ਜਿਸ ਵਿੱਚ ਲੱਕੜ ਦੇ ਦਸਤੇ ਨੂੰ ਫਸਾ ਦਿੱਤਾ ਜਾਂਦਾ ਹੈ। ਆਮ ਤੌਰ 'ਤੇ ਇਸ ਛੇਕ ਦਾ ਆਕਾਰ ਲੱਕੜ ਦੇ ਦਸਤੇ ਦੇ ਘੇਰੇ ਤੋਂ ਥੋੜ੍ਹਾ ਛੋਟਾ ਹੁੰਦਾ ਹੈ। ਦਸਤੇ ਨੂੰ ਛੇਕ ਵਿੱਚ ਫਸਾਉਣ ਤੋਂ ਪਹਿਲਾਂ ਦਸਤੇ ਦੇ ਛੇਕ ਨੂੰ ਗਰਮ ਕੀਤਾ ਜਾਂਦਾ ਹੈ, ਜਿਸ ਨਾਲ ਉਸ ਦਾ ਆਕਾਰ ਵੱਡਾ ਹੋ ਜਾਂਦਾ ਹੈ। ਹੁਣ ਦਸਤਾ ਆਸਾਨੀ ਨਾਲ ਇਸ ਵਿੱਚ ਜੜ ਦਿੱਤਾ ਜਾਂਦਾ ਹੈ। ਜਦੋਂ ਛੇਕ ਠੰਡਾ ਹੁੰਦਾ ਹੈ ਤਾਂ ਇਹ ਸੁੰਗੜ ਜਾਂਦਾ ਹੈ, ਜਿਸ ਨਾਲ ਇਹ ਦਸਤੇ 'ਤੇ ਕੱਸਿਆ ਜਾਂਦਾ ਹੈ। ਇਸ ਪ੍ਰਕਾਰ ਦੇ ਪਰਿਵਰਤਨ ਦਾ ਉਪਯੋਗ ਬੈਲ ਗੱਡੀਆਂ ਦੇ ਲੱਕੜ ਦੇ ਪਹੀਏ 'ਤੇ ਲੋਹੇ ਦਾ ਰਿਮ ਚੜ੍ਹਾਉਣ ਭਾਵ ਕੱਸਣ ਲਈ ਕੀਤਾ ਜਾਂਦਾ ਹੈ। ਜਿਵੇਂ ਕਿ ਚਿੱਤਰ 6.7 ਵਿੱਚ ਦਰਸਾਇਆ ਗਿਆ ਹੈ, ਧਾਤ ਦੇ ਰਿਮ ਨੂੰ ਜਕੜ ਕੇ ਪਹੀਏ ਦੇ ਘੇਰੇ ਤੋਂ ਥੋੜ੍ਹਾ ਜਿਹਾ ਛੋਟਾ ਬਣਾਇਆ ਜਾਂਦਾ ਹੈ। ਗਰਮ ਕਰਨ 'ਤੇ ਰਿਮ ਫੈਲ ਜਾਂਦਾ ਹੈ ਅਤੇ ਪਹੀਏ 'ਤੇ ਚੜ੍ਹ ਜਾਂਦਾ ਹੈ। ਹੁਣ ਪਹੀਏ ਦੇ ਕਿਨਾਰੇ 'ਤੇ ਠੰਡਾ ਪਾਣੀ ਪਾਉਂਦੇ ਹਾਂ, ਜਿਸ ਨਾਲ ਰਿਮ ਠੰਡਾ ਹੋ ਜਾਂਦਾ ਹੈ ਅਤੇ ਪਹੀਏ ਉੱਪਰ ਕੱਸਿਆ ਜਾਂਦਾ ਹੈ। ਜਦੋਂ ਅਸੀਂ ਪਾਣੀ ਨੂੰ ਬਰਤਨ ਵਿੱਚ ਗਰਮ ਕਰਦੇ ਹਾਂ ਤਾਂ ਕੁਝ ਸਮੇਂ ਬਾਅਦ ਇਹ ਉਬਲਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਅਸੀਂ ਇਸ ਨੂੰ ਲਗਾਤਾਰ ਗਰਮ ਕਰਦੇ ਰਹੀਏ ਤਾਂ ਪਾਣੀ ਦੀ ਮਾਤਰਾ ਬਰਤਨ ਵਿੱਚੋਂ ਘਟਣੀ ਸ਼ੁਰੂ ਹੋ ਜਾਂਦੀ ਹੈ। ਪਿਆਰੇ ਬੱਚਿਓ, ਤੁਸੀਂ ਘਰ ਦੇ ਵਿੱਚ ਖੁਦ ਜਾਂ ਫਿਰ ਮੰਮੀ ਨੂੰ ਚਾਹ ਬਣਾਉਂਦੇ ਜ਼ਰੂਰ ਦੇਖਿਆ ਹੋਵੇਗਾ। ਅਗਰ ਪਤੀਲੇ ਨੂੰ ਬਿਨਾਂ ਢਕੇ ਕਾਫੀ ਸਮੇਂ ਤੱਕ ਰੱਖ ਦਿੱਤਾ ਜਾਏ ਤਾਂ ਉਸ ਵਿੱਚੋਂ ਪਾਣੀ ਭਾਫ਼ ਬਣ ਕੇ ਉੱਡ ਜਾਂਦਾ ਹੈ। ਪਾਣੀ ਵਾਸ਼ਪਾਂ ਵਿੱਚ ਪਰਿਵਰਤਿਤ ਹੋ ਰਿਹਾ ਹੈ। ਅਭਿਆਸ 5 ਦੀ ਕਿਰਿਆ 7 ਵਿੱਚ ਤੁਸੀਂ ਵੇਖਿਆ ਹੈ ਕਿ ਜਲ ਵਾਸ਼ਪ ਠੰਡਾ ਕਰਨ 'ਤੇ ਤਰਲ ਪਾਣੀ ਵਿੱਚ ਪਰਿਵਰਤਿਤ ਹੋ ਜਾਂਦੇ ਹਨ। ਅਸੀਂ ਸਾਰਿਆਂ ਨੇ ਬਰਫ਼ ਨੂੰ ਪਿਘਲਦੇ ਹੋਏ ਦੇਖਿਆ ਹੈ। ਗਰਮ ਕਰਨ 'ਤੇ ਬਰਫ਼ ਪਿਘਲਦੀ ਹੈ। ਇਹ ਕਿਸ ਵਿੱਚ ਬਦਲ ਜਾਂਦੀ ਹੈ ਕਿ ਇਸ ਪਾਣੀ ਨੂੰ ਵਾਪਸ ਬਰਫ਼ ਵਿੱਚ ਬਦਲ ਸਕਦੇ ਹਾਂ। ਬੱਚਿਓ, ਤੁਸੀਂ ਘਰ ਵਿੱਚ ਗਰਮੀਆਂ ਵਿੱਚ ਬਰਫ਼ ਜ਼ਰੂਰ ਜਮਾਈ ਹੋਵੇਗੀ। ਇਹ ਕਿਸ ਤਰ੍ਹਾਂ ਜਮਾਈ ਜਾਂਦੀ ਹੈ? ਬਰਫ਼ ਜਮਾਉਣ ਦੇ ਲਈ ਕਿਸੇ ਬਰਤਨ ਵਿੱਚ ਪਾਣੀ ਨੂੰ ਲਿਆ ਜਾਂਦਾ ਹੈ ਅਤੇ ਉਸ ਨੂੰ ਫਰੀਜ਼ਰ ਵਿੱਚ ਰੱਖ ਦਿੱਤਾ ਜਾਂਦਾ ਹੈ। 5 ਤੋਂ 6 ਘੰਟੇ ਬਾਅਦ ਉਹ ਬਰਫ਼ ਜੰਮ ਜਾਂਦੀ ਹੈ। ਅਗਰ ਉਸ ਬਰਫ਼ ਨੂੰ ਕੱਢ ਕੇ ਕਮਰੇ ਦੇ ਤਾਪਮਾਨ 'ਤੇ ਰੱਖ ਦਿੱਤਾ ਜਾਏ ਤਾਂ ਉਹ ਬਰਫ਼ ਪਿਘਲਣੀ ਸ਼ੁਰੂ ਹੋ ਜਾਂਦੀ ਹੈ। ਅਗਰ ਉਸ ਪਾਣੀ ਨੂੰ ਗਰਮ ਕੀਤਾ ਜਾਏ ਤਾਂ ਭਾਫ਼ ਵਿੱਚ ਪਰਿਵਰਤਿਤ ਹੋ ਜਾਂਦਾ ਹੈ। ਤਾਂ ਇਹ ਕਿਸ ਤਰ੍ਹਾਂ ਦਾ ਪਰਿਵਰਤਨ ਹੋ ਸਕਦਾ ਹੈ? ਕਿਆ ਇਸ ਪਰਿਵਰਤਨ ਨੂੰ ਉਲਟਾਇਆ ਜਾ ਸਕਦਾ ਹੈ? ਬਿਲਕੁਲ, ਇਸ ਪਰਿਵਰਤਨ ਨੂੰ ਉਲਟਾਇਆ ਜਾ ਸਕਦਾ ਹੈ। ਭਾਵ ਕਿ ਪਾਣੀ ਤੋਂ ਬਰਫ਼, ਬਰਫ਼ ਤੋਂ ਪਾਣੀ, ਪਾਣੀ ਤੋਂ ਭਾਫ਼ ਅਤੇ ਭਾਫ਼ ਤੋਂ ਪਾਣੀ ਬਣਾਇਆ ਜਾ ਸਕਦਾ ਹੈ। ਇਹ ਉਲਟਾਉਣਯੋਗ ਪਰਿਵਰਤਨ ਹੈ। ਬੱਚਿਓ, ਇਸ ਵਿੱਚ ਇੱਕ ਚਿੱਤਰ ਬਣਿਆ ਹੋਇਆ ਹੈ ਜਿਸ ਦੇ ਵਿੱਚ ਬੂਜੋ ਦੀ ਫੋਟੋ ਬਣੀ ਹੋਈ ਹੈ। ਬੂਜੋ ਨੇ ਅਕਸਰ ਦੇਖਿਆ ਹੈ ਕਿ ਸੜਕ ਬਣਾਉਣ ਵਾਲੇ ਸੜਕ ਦੀ ਮੁਰੰਮਤ ਕਰਨ ਲਈ
ਕਾਲੇ ਰੰਗ ਦਾ ਪਦਾਰਥ ਲੁੱਕ ਤਾਰ ਨੂੰ ਗਰਮ ਕਰਦੇ ਹਨ। ਬੱਚੋ, ਇਹ ਤੁਸੀਂ ਵੀ ਦੇਖਿਆ ਹੋਵੇਗਾ ਕਿ ਜਦੋਂ ਸੜਕ ਬਣਾਈ ਜਾਂਦੀ ਹੈ ਤਾਂ ਉਹਦੇ ਵਿੱਚ ਲੁੱਕ ਨੂੰ ਗਰਮ ਕਰਕੇ ਪਾਇਆ ਜਾਂਦਾ ਹੈ। ਸੜਕ ਬਣਾਉਣ ਦੇ ਲਈ ਲੁੱਕ ਨੂੰ ਗਰਮ ਕੀਤਾ ਜਾਂਦਾ ਹੈ ਅਤੇ ਫਿਰ ਉਸ ਵਿੱਚ ਬਜਰੀ ਮਿਕਸ ਕਰ ਦਿੱਤੀ ਜਾਂਦੀ ਹੈ ਅਤੇ ਉਸ ਨੂੰ ਸੜਕ ਉੱਪਰ ਵਿਛਾ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਉਸ ਦੇ ਉੱਪਰ ਰੋਡ ਰੋਲਰ ਚਲਾ ਦਿੱਤਾ ਜਾਂਦਾ ਹੈ, ਜਿਸ ਨਾਲ ਸੜਕ ਬਣਦੀ ਹੈ। ਬੁੱਝੋ ਜਾਣਨਾ ਚਾਹੁੰਦਾ ਹੈ ਕਿ ਕਾਲੇ ਪਦਾਰਥ ਨੂੰ ਗਰਮ ਕਰਨ 'ਤੇ ਹੋਇਆ ਪਰਿਵਰਤਨ ਕੀ ਉਲਟਾਉਣ ਯੋਗ ਹੈ। ਕਿਆ ਪੁੱਤਰ ਜੀ, ਇੱਕ ਵਾਰ ਜਿਹੜੀ ਲੁੱਕ ਨੂੰ ਗਰਮ ਕਰਕੇ ਪਿਘਲਾ ਕੇ ਉਹਦੀ ਸੜਕ ਬਣਾ ਲਈ, ਕਿਆ ਇਸ ਨੂੰ ਉਲਟਾਇਆ ਜਾ ਸਕਦਾ ਹੈ? ਕਿਆ ਉਸ ਪਿਘਲੀ ਹੋਈ ਲੁੱਕ ਨੂੰ ਦੁਬਾਰਾ ਠੋਸ ਵਿੱਚ ਪਰਿਵਰਤਿਤ ਕੀਤਾ ਜਾ ਸਕਦਾ ਹੈ, ਜਾਂ ਫਿਰ ਠੋਸ ਲੁੱਕ ਨੂੰ ਗਰਮ ਕਰਕੇ ਪਿਘਲਾਇਆ ਜਾ ਸਕਦਾ ਹੈ? ਬਿਲਕੁਲ ਬੱਚੋ, ਇਸ ਨੂੰ ਉਲਟਾਇਆ ਜਾ ਸਕਦਾ ਹੈ। ਬੜੇ ਬੜੇ ਸ਼ਹਿਰਾਂ ਦੇ ਵਿੱਚ ਜਿੱਥੇ ਸੜਕ ਦੇ ਵਿੱਚ ਟੋਇਆ ਪੈ ਜਾਂਦਾ ਹੈ, ਉੱਥੋਂ ਉਹਨਾਂ ਟੁਕੜਾ ਕੱਟ ਲੈਂਦੇ ਹਨ। ਉਸ ਵਿੱਚ ਜਿਹੜਾ ਪਦਾਰਥ ਹੈ, ਲੁੱਕ ਹੈ, ਸੜਕ ਦੇ ਵਿੱਚ ਜੋ ਵੀ ਪਦਾਰਥ ਉਹ 'ਚ ਮਿਕਸ ਕੀਤਾ ਹੋਇਆ ਲੁੱਕ ਅਤੇ ਬਜਰੀ, ਉਸ ਨੂੰ ਦੁਬਾਰਾ ਗਰਮ ਕਰਦੇ ਹਾਂ। ਉਸ ਵਿੱਚ ਹੋਰ ਲੁੱਕ ਪਾਈ ਜਾਂਦੀ ਹੈ ਅਤੇ ਉਸ ਨੂੰ ਦੁਬਾਰਾ ਸੈੱਟ ਕਰਕੇ ਉਸ ਦੇ ਉੱਪਰ ਰੋਡ ਰੋਲਰ ਚਲਾਇਆ ਜਾਂਦਾ ਹੈ। ਭਾਵ ਕਿ ਇਹ ਉਲਟਾਉਣਯੋਗ ਪਰਿਵਰਤਨ ਹੈ। ਇਸੇ ਤਰ੍ਹਾਂ ਰਾਜੇ, ਪਹੇਲੀ ਜਾਣਨਾ ਚਾਹੁੰਦੀ ਹੈ ਕਿ ਤੁਸੀਂ ਕਦੇ ਲੋਹਾਰ ਨੂੰ ਸੰਦ ਬਣਾਉਂਦੇ ਹੋਏ ਦੇਖਿਆ ਹੈ? ਲੋਹੇ ਦੇ ਟੁਕੜੇ ਨੂੰ ਲੋਹਾਰ ਕਿਸ ਤਰ੍ਹਾਂ ਭਿੰਨ ਭਿੰਨ ਸੰਦਾਂ ਵਿੱਚ ਪਰਿਵਰਤਿਤ ਕਰਦਾ ਹੈ? ਲੋਹੇ ਦੇ ਟੁਕੜੇ ਨੂੰ ਉਦੋਂ ਤੱਕ ਗਰਮ ਕਰਦੇ ਹਨ ਜਦੋਂ ਤੱਕ ਉਹ ਲਾਲ ਨਾ ਹੋ ਜਾਵੇ। ਜਦ ਇਹ ਨਰਮ ਹੋ ਜਾਂਦਾ ਹੈ ਤਾਂ ਉਸ ਨੂੰ ਕੁੱਟ ਕੇ ਇੱਛਾ ਅਨੁਸਾਰ ਸੰਦਾਂ ਦਾ ਆਕਾਰ ਦੇ ਦਿੱਤਾ ਜਾਂਦਾ ਹੈ। ਗਰਮ ਕਰਨ 'ਤੇ ਲੋਹੇ ਵਿੱਚ ਕੀ ਪਰਿਵਰਤਨ ਹੋਇਆ? ਬੱਚੋ, ਗਰਮ ਕਰਨ 'ਤੇ ਲੋਹਾ ਨਰਮ ਹੋ ਜਾਂਦਾ ਹੈ। ਅਗਰ ਇਸ ਨੂੰ ਜ਼ਿਆਦਾ ਗਰਮ ਕੀਤਾ ਜਾਏ ਤਾਂ ਇਹ ਦਰਵ ਅਵਸਥਾ ਦੇ ਵਿੱਚ ਵੀ ਆ ਸਕਦਾ ਹੈ। ਤਾਂ ਗਰਮ ਕਰਨ ਦੇ ਨਾਲ ਇਹ ਦਰਵ ਅਵਸਥਾ ਵਿੱਚ ਆ ਜਾਂਦਾ ਹੈ, ਇਹ ਨਰਮ ਹੋ ਜਾਂਦਾ ਹੈ, ਜਿਸ ਤੋਂ ਇਸ 'ਤੇ ਅਲੱਗ-ਅਲੱਗ ਸਾਂਚਿਆਂ ਦੇ ਵਿੱਚ ਢਾਲ ਕੇ ਇਸ ਤੋਂ ਅਲੱਗ-ਅਲੱਗ ਔਜ਼ਾਰ ਸੰਦ ਬਣਾਏ ਜਾ ਸਕਦੇ ਹਨ। ਕਿਰਿਆ 7 ਹੈ ਬੱਚੋ। ਇਹ ਵਾਲੀ ਕਿਰਿਆ ਵੀ ਤੁਸੀਂ ਕਾਪੀ ਦੇ ਉੱਪਰ ਲਿਖਣੀ ਹੈ ਔਰ ਸਮਝਣੀ ਹੈ ਪਹਿਲਾਂ, ਉਸ ਤੋਂ ਬਾਅਦ ਇਹ ਲਿਖਣੀ ਹੈ। ਇੱਕ ਛੋਟੀ ਜਿਹੀ ਮੋਮਬੱਤੀ ਲੈ ਕੇ ਉਸ ਦੀ ਲੰਬਾਈ ਸਕੇਲ ਨਾਲ ਮਾਪਣੀ ਹੈ। ਤੁਸੀਂ ਇੱਕ ਮੋਮਬੱਤੀ ਲਓ, ਉਸ ਦੀ ਲੰਬਾਈ ਮਾਪੋ, ਚਾਹੇ ਉਹ 5 ਸੈਂਟੀਮੀਟਰ ਆ ਰਹੀ ਹੈ, ਚਾਹੇ 7 ਸੈਂਟੀਮੀਟਰ ਆ ਰਹੀ ਹੈ, ਤੁਸੀਂ ਉਸ ਨੂੰ ਨੋਟ ਕਰਨਾ ਹੈ। ਹੁਣ ਇਸ ਨੂੰ ਢੁਕਵੀਂ ਜਗ੍ਹਾ 'ਤੇ ਲਗਾ ਕੇ ਜਲਾਓ। ਇਸ ਨੂੰ ਕੁਝ ਸਮੇਂ ਤੱਕ ਜਲਣ ਦਿਓ। ਹੁਣ ਮੋਮਬੱਤੀ ਨੂੰ ਬੁਝਾ ਦਿਓ ਅਤੇ ਇਸ ਦੀ ਲੰਬਾਈ ਦੁਆਰਾ ਮਾਪੋ। ਬੱਚੋ, ਜਲਣ ਵਾਲੇ ਭਾਵ ਅਜਿਹੇ ਐਕਟੀਵਿਟੀਜ਼ ਜਿਸ ਵਿੱਚ ਅੱਗ ਦੀ ਵਰਤੋਂ ਕੀਤੀ ਜਾਂਦੀ ਹੈ, ਹਮੇਸ਼ਾ ਹੀ ਆਪਣੇ ਬੜਿਆਂ ਦੇ, ਆਪਣੇ ਵੱਡੇ ਭੈਣ ਭਰਾਵਾਂ ਦੀ ਮੌਜੂਦਗੀ ਵਿੱਚ ਇਹ ਐਕਟੀਵਿਟੀਜ਼ ਕਰਨੀ ਹੈ। ਜ਼ਿਆਦਾ ਵਧੀਆ ਹੋਏਗਾ ਕਿ ਅਗਰ ਉਹ ਤੁਹਾਨੂੰ ਕਰਕੇ ਦੇਣ, ਅਗਰ ਨਹੀਂ ਤਾਂ ਉਹਨਾਂ ਦੀ ਮੌਜੂਦਗੀ ਵਿੱਚ ਹੀ ਇਹ ਐਕਟੀਵਿਟੀਜ਼ ਕਰਨੀਆਂ ਹੁੰਦੀਆਂ, ਸਪੈਸ਼ਲੀ ਜਿਨ੍ਹਾਂ ਦੇ ਵਿੱਚ ਅੱਗ ਦਾ ਇਸਤੇਮਾਲ ਕੀਤਾ ਜਾਂਦਾ ਹੈ। ਅੱਛਾ, ਤਾਂ ਐਕਟੀਵਿਟੀ ਸੀਗੀ ਕਿ ਮੋਮਬੱਤੀ ਨੂੰ ਜਲਾਉਣਾ ਹੈ। ਮੋਮਬੱਤੀ ਨੂੰ ਪਹਿਲਾਂ ਲੈਣਾ ਹੈ, ਉਸ ਦੀ ਲੰਬਾਈ ਨੋਟ ਕਰਨੀ ਹੈ, ਉਸ ਤੋਂ ਬਾਅਦ ਉਸ ਨੂੰ ਜਲਾਉਣਾ ਹੈ, ਉਹ ਕੁਝ ਸਮੇਂ ਦੇ ਲਈ ਜਲਦਾ ਰਹਿਣ ਦੇਣਾ ਹੈ। ਉਸ ਤੋਂ ਬਾਅਦ ਮੋਮਬੱਤੀ ਨੂੰ ਬੁਝਾ ਦੇਣਾ ਹੈ ਅਤੇ ਉਸ ਦੀ ਲੰਬਾਈ ਨੋਟ ਕਰਨੀ ਹੈ। ਵੈਸੇ ਤੁਹਾਨੂੰ ਕਿਆ ਲੱਗਦਾ ਹੈ ਕਿ ਉਸ ਦੀ ਲੰਬਾਈ ਵਧੇਗੀ ਜਾਂ ਘਟੇਗੀ? ਬਿਲਕੁਲ ਸਹੀ, ਮੋਮਬੱਤੀ ਦੀ ਲੰਬਾਈ ਘਟ ਜਾਂਦੀ ਹੈ। ਕੀ ਮੋਮਬੱਤੀ ਦੀ ਲੰਬਾਈ ਵਿੱਚ ਪਰਿਵਰਤਨ ਨੂੰ ਉਲਟਾਇਆ ਜਾ ਸਕਦਾ ਹੈ? ਕਿਆ ਜਿਹੜੀ ਮੋਮਬੱਤੀ ਛੋਟੀ ਹੋਈ ਹੈ, ਇਸ ਨੂੰ ਦੁਬਾਰਾ ਬੜੀ ਮੋਮਬੱਤੀ ਵਿੱਚ ਪਰਿਵਰਤਿਤ ਕੀਤਾ ਜਾ ਸਕਦਾ ਹੈ? ਚਲੋ ਇਸ ਨੂੰ ਸਮਝਦੇ ਹਾਂ ਕਿ ਜਦੋਂ ਮੋਮਬੱਤੀ ਜਲਦੀ ਹੈ ਤਾਂ ਉਸ ਦੇ ਨਾਲ ਮੋਮ ਪਿਘਲਦੀ ਹੈ, ਜਿਸ ਨਾਲ ਉਸ ਦੀ ਲੰਬਾਈ ਛੋਟੀ ਹੋ ਜਾਂਦੀ ਹੈ। ਅਗਰ ਤੁਸੀਂ ਉਹ ਪਿਘਲੀ ਹੋਈ ਮੋਮ ਨੂੰ ਦੁਬਾਰਾ ਇਕੱਠਾ ਕਰਦੇ ਹਾਂ, ਉਸ ਨੂੰ ਪਿਘਲਾ ਕੇ ਦੁਬਾਰਾ ਮੋਮਬੱਤੀ ਦੇ ਉੱਪਰ ਲਗਾ ਦਿਓ, ਤਾਂ ਇਹ ਜਿਹੜੀ ਮੋਮਬੱਤੀ ਦੀ ਜਿਹੜੀ ਲਗਭਗ ਜਿੰਨੀ ਆਪਾਂ ਇਹ ਐਕਸਪੈਰੀਮੈਂਟ ਸ਼ੁਰੂ ਕਰਨ ਦੇ ਸਮੇਂ ਇਸ ਦੀ ਲੰਬਾਈ ਸੀ, ਲਗਭਗ ਉਨੀ ਹੀ ਹੋ ਜਾਏਗੀ। ਇਸ ਤੋਂ ਭਾਵ ਕਿ ਇਹ ਜਿਹੜਾ ਪਰਿਵਰਤਨ ਹੈ ਉਸ ਨੂੰ ਉਲਟਾਇਆ ਜਾ ਸਕਦਾ ਹੈ। ਚਲੋ ਇੱਕ ਹੋਰ ਐਕਟੀਵਿਟੀ ਹੈ ਆਪਣੇ ਪਾਸ
ਕਿਰਿਆ 7 ਨੂੰ ਅਗਰਬੱਤੀ ਨਾਲ ਦੁਹਰਾਉਂਦੇ ਹਾਂ। तो ਜਦੋਂ ਤੱਕ ਇਹ ਪੂਰੀ ਤਰ੍ਹਾਂ ਨਾਲ ਜਲ ਜਾਵੇ ਉਡੀਕ ਕਰੋ। ਹੁਣ क्या करना है कि ਹੁਣ ਮੋਮਬੱਤੀ ਦੀ ਜਗ੍ਹਾ 'ਤੇ ਇੱਕ ਅਗਰਬੱਤੀ ਦਾ ਇਸਤੇਮਾਲ ਕਰਨਾ ਹੈ। ਅਗਰ ਅਗਰਬੱਤੀ ਨਹੀਂ ਮਿਲਦੀ ਤਾਂ ਤੁਸੀਂ ਧੂਪ ਦਾ ਵੀ ਇਸਤੇਮਾਲ ਕਰ ਸਕਦੇ ਹੋ। ਅਗਰਬੱਤੀ ਦੇ ਵਿੱਚ ਕੀ ਪਰਿਵਰਤਨ ਦਿਖਾਈ ਦਿੱਤਾ? ਅੱਛਾ, ਕਰਨਾ क्या है कि ਇੱਕ ਅਗਰਬੱਤੀ ਲੈਣੀ ਹੈ, ਉਸਨੂੰ ਜਲਾ ਦੇਣਾ ਔਰ बैठ जाना एक साइड पे। तब तक इंतज़ार करना है जब तक कि अगरबत्ती पूरी तरह जल नहीं जाती। अगरबत्ती जलन ते कुछ नवे पदार्थ बनते हैं। वो नवे पदार्थ क्या बनते? जो तुसी अगरबत्ती नूं जलाने हैं तो नवे पदार्थ क्या बनणगे सॉरी। तो ਉਹਦੀ ਰਾਖ ਬਣਦੀ ਹੈ, ਉਹ 'ਚ ਉਹਦਾ ਧੂੰਆਂ ਬਣਦਾ ਹੈ। ਅਸਲ ਦੇ ਵਿੱਚ ਧੂੰਆਂ क्या है? ਵੱਖ-ਵੱਖ ਗੈਸਾਂ ਦਾ ਮਿਸ਼ਰਣ ਹੈ, ਜੋ ਕਿ ਦਿਖਾਈ ਦੇ ਵੀ ਸਕਦਾ ਤੇ ਨਹੀਂ ਵੀ ਦੇਖ ਸਕਦਾ। ਹੁਣ क्या इस जो अपने को राख बची है, सुआह बची है उस अगरबत्ती ਦੀ, ਜਾਂ ਫਿਰ ਉਹ ਜਿਹੜਾ ਧੂੰਆਂ ਪੈਦਾ ਹੋਇਆ ਜਾਂ ਗੈਸਾਂ ਦਾ ਜਿਹੜਾ ਮਿਸ਼ਰਣ ਪੈਦਾ ਹੋਇਆ, क्या ਉਹਨਾਂ ਤੋਂ ਦੁਬਾਰਾ ਤੁਸੀਂ ਅਗਰਬੱਤੀ ਤਿਆਰ ਕਰ ਸਕਦੇ ਹੋ? नहीं, ਦੁਬਾਰਾ ਅਗਰਬੱਤੀ ਤਿਆਰ नहीं की जा सकती। तो ये किस तरह का परिवर्तन हो गया? बिल्कुल सही है, ये ना उल्टाउण योग भाव अपरतमा परिवर्तन हो गया। इसे तरह जिस माचिस की तीली ਦੇ ਨਾਲ ਅਗਰਬੱਤੀ ਜਾਂ ਧੂਪ ਨੂੰ ਜਲਾਇਆ ਸੀ, ਉਸ ਨੂੰ ਵੀ ਨੋਟ ਕਰਨਾ ਹੈ। ਉਸ ਵਿੱਚ ਵੀ ਜੋ ਤੀਲੀ ਹੈ, ਮਾਚਿਸ ਦੀ ਤੀਲੀ ਹੈ, ਉਸ ਵਿੱਚ ਵੀ क्या परिवर्तन ਹੋਏਗਾ? ਉਸ ਵਿੱਚ ਵੀ ਤੁਹਾਨੂੰ ਕੀ ਮਿਲਦਾ ਹੈ? ਉਸ ਵਿੱਚ ਵੀ ਤੁਹਾਨੂੰ ਧੂੰਆਂ ਮਿਲਦਾ ਹੈ ਔਰ ਰਾਖ ਮਿਲਦੀ ਹੈ। ਮਾਚਿਸ ਦੀ ਤੀਲੀ ਦੀ ਰਾਖ ਮਿਲਦੀ ਹੈ। तो ਇਹਦਾ मतलब क्या हो गया कि ਉਹ ਜਿਹੜਾ ਮਾਚਿਸ ਦੀ ਤੀਲੀ ਦਾ ਜਲਣਾ ਹੈ ਜਾਂ ਅਗਰਬੱਤੀ ਦਾ ਜੋ ਜਲਣਾ ਹੈ, ਉਹ ਕਿਸ ਤਰ੍ਹਾਂ ਦਾ ਪਰਿਵਰਤਨ ਹੈ? ਨਾ ਉਲਟਾਉਣ ਯੋਗ ਪਰਿਵਰਤਨ ਹੈ, ਭਾਵ ਉਸ ਨੂੰ ਮੁੱਢਲੀ ਅਵਸਥਾ ਦੇ ਵਿੱਚ ਨਹੀਂ ਲਿਆਂਦਾ ਜਾ ਸਕਦਾ। ਚਲੋ ਬੱਚੋ, ਆਪਾਂ ਇਹ ਦੇਖਦੇ ਹਾਂ ਵੀ ਅਗਰ ਵੱਖ-ਵੱਖ ਪਦਾਰਥਾਂ ਦਾ ਮਿਸ਼ਰਣ ਬਣਾ ਲਿਆ ਜਾਏ ਤਾਂ ਇਹ ਕਿਸ ਤਰ੍ਹਾਂ ਦਾ ਪਰਿਵਰਤਨ ਹੋਏਗਾ। ਇਹ ਐਕਟੀਵਿਟੀਜ਼ ਤੁਸੀਂ ਲੈਸਨ ਨੰਬਰ 4 ਅਤੇ ਲੈਸਨ ਨੰਬਰ 5 ਵਿੱਚ ਕਰ ਚੁੱਕੇ ਹੋ। ਉਸ ਵਿੱਚ ਇੱਕ ਪਾਣੀ ਦੇ ਵਿੱਚ ਨਮਕ ਘੋਲਿਆ ਸੀਗਾ। ਇਹ ਕਿਸ ਤਰ੍ਹਾਂ ਦਾ ਪਰਿਵਰਤਨ ਹੈ? क्या ਘੁਲੇ ਹੋਏ ਨਮਕ ਅਜਿਹਾ ਮਿਸ਼ਰਣ ਜਿਸ ਵਿੱਚ ਪਾਣੀ ਅਤੇ ਨਮਕ ਦਾ ਮਿਸ਼ਰਣ ਬਣਿਆ ਹੋਇਆ, ਘੋਲ ਬਣਿਆ ਹੋਇਆ, क्या ਉਸ ਤੋਂ ਨਮਕ ਦੁਬਾਰਾ ਪੈਦਾ ਕੀਤਾ ਜਾ ਸਕਦਾ ਹੈ? क्या ਇਸ ਨੂੰ ਉਲਟਾਇਆ ਜਾ ਸਕਦਾ ਹੈ? ਲੈਸਨ ਨੰਬਰ 5 ਦੇ ਵਿੱਚ ਇਹ ਕਿਰਿਆ ਦੁਹਰਾਈ ਗਈ ਸੀ, ਜਿਸ ਵਿੱਚ ਨਮਕ ਵਾਲੇ ਪਾਣੀ ਨੂੰ ਗਰਮ ਕੀਤਾ ਸੀਗਾ। ਉਹ ਗਰਮ ਕਰਨ 'ਤੇ ਪਾਣੀ ਸਾਰਾ ਭਾਫ ਬਣ ਕੇ ਉੱਡ ਗਿਆ ਸੀਗਾ ਔਰ ਸਾਨੂੰ ਨਮਕ ਪ੍ਰਾਪਤ ਹੋਇਆ ਸੀਗਾ। ਇਸ ਵਿਧੀ ਨੂੰ ਵਾਸ਼ਪੀਕਰਨ ਵਿਧੀ ਕਿਹਾ ਜਾਂਦਾ ਹੈ। ਅਤੇ ਇਹ ਉਲਟਾਉਣ ਯੋਗ ਕਿਰਿਆ ਹੈ। ਉਲਟਾਉਣ ਯੋਗ ਕਿਰਿਆ ਦੇ ਨਾਲ ਨਮਕ ਅਤੇ ਪਾਣੀ ਦੇ ਮਿਸ਼ਰਣ ਨੂੰ ਵੱਖ ਕੀਤਾ ਜਾ ਸਕਦਾ ਹੈ। ਪੁੱਤਰ ਜੀ, ਇਸੇ ਵਿਧੀ ਦਾ ਇਸਤੇਮਾਲ ਕਰਕੇ ਸਮੁੰਦਰਾਂ ਤੋਂ ਨਮਕ ਨੂੰ ਵੱਖ ਕੀਤਾ ਜਾਂਦਾ ਹੈ। ਸਮੁੰਦਰ ਦਾ ਜਿਹੜਾ ਪਾਣੀ ਹੈ ਉਸਨੂੰ ਕਿਆਰੀਆਂ ਦੇ ਵਿੱਚ, ਵੱਡੀਆਂ ਕਿਆਰੀਆਂ ਦੇ ਵਿੱਚ ਇਕੱਠਾ ਕਰ ਲਿਆ ਜਾਂਦਾ ਹੈ ਅਤੇ ਸੂਰਜ ਦੀ ਗਰਮੀ ਦੇ ਨਾਲ ਪਾਣੀ ਜਿਹੜਾ ਹੈ ਉਹ ਭਾਫ ਬਣ ਕੇ ਉੱਡ ਜਾਂਦਾ ਹੈ ਔਰ ਪਿੱਛੇ ਸਾਨੂੰ ਨਮਕ ਪ੍ਰਾਪਤ ਹੋ ਜਾਂਦਾ ਹੈ। ਠੀਕ ਹੈ, ਉਸ ਨਮਕ ਦਾ ਸ਼ੁੱਧੀਕਰਨ ਕੀਤਾ ਜਾਂਦਾ ਹੈ, ਉਸ ਵਿੱਚ ਆਇਓਡੀਨ ਮਿਕਸ ਕੀਤੀ ਜਾਂਦੀ ਹੈ। ਉਸ ਦੀ ਅਲੱਗ-ਅਲੱਗ ਕੰਪਨੀ ਜਿਹੜੀਆਂ ਹੈ ਆਪਣੇ ਆਪਣੇ ਪੈਕਟ ਬਣਾ ਕੇ ਮਾਰਕੀਟ ਦੇ ਵਿੱਚ ਭੇਜਦੀ ਹੈ। ਤਾਂ ਸਮੁੰਦਰ ਤੋਂ ਨਮਕ ਪੁੱਤਰ ਜੀ ਇਸ ਵਿਧੀ ਦੇ ਨਾਲ ਪ੍ਰਾਪਤ ਕੀਤਾ ਜਾਂਦਾ ਹੈ। ਪਹੇਲੀ ਨੇ ਪੁੱਛਿਆ ਕਿ ਕੀ ਤੁਸੀਂ ਦਹੀਂ ਨੂੰ ਜੰਮਦੇ ਹੋਏ ਵੇਖਿਆ ਹੈ? ਕਿਸੇ ਦੁੱਧ ਵਿੱਚ ਦਹੀਂ ਦੀ ਥੋੜ੍ਹੀ ਜਿਹੀ ਮਾਤਰਾ ਮਿਲਾਈ ਜਾਂਦੀ ਹੈ। ਤਾਂ ਪੁੱਤਰ ਜੀ, ਘਰ ਦੇ ਵਿੱਚ ਤੁਸੀਂ ਵੀ ਦਹੀਂ ਨੂੰ ਜੰਮਦੇ ਹੋਏ ਜ਼ਰੂਰ ਦੇਖਿਆ ਹੋਏਗਾ ਵੀ ਦਹੀਂ ਨੂੰ ਕਿਸ ਤਰ੍ਹਾਂ ਜਮਾਇਆ ਜਾਂਦਾ ਹੈ। ਦੁੱਧ ਨੂੰ ਪਹਿਲਾਂ ਥੋੜ੍ਹਾ ਜਿਹਾ ਕੋਸਾ ਕੀਤਾ ਜਾਂਦਾ ਹੈ ਔਰ ਉਸ ਵਿੱਚ ਥੋੜ੍ਹੇ ਜਿਹੇ ਦਹੀਂ ਦੀ ਮਾਤਰਾ ਮਿਲਾਈ ਜਾਂਦੀ ਹੈ, ਜਿਸ ਨੂੰ ਆਪਾਂ ਜੰਮਣ ਕਹਿੰਦੇ ਹਾਂ। ਇਸ ਨੂੰ ਫਿਰ ਬਿਨਾਂ ਹਿਲੇ ਕੁਝ ਘੰਟਿਆਂ ਲਈ ਰੱਖ ਦਿੱਤਾ ਜਾਂਦਾ ਹੈ ਅਤੇ ਦੁੱਧ ਦਹੀਂ ਦੇ ਵਿੱਚ ਪਰਿਵਰਤਿਤ ਹੋ ਜਾਂਦਾ ਹੈ। ਕਿ ਇਹ ਜਿਹੜਾ ਪਰਿਵਰਤਨ ਹੈ ਦੁੱਧ ਤੋਂ ਦਹੀਂ ਦਾ ਬਣਨਾ, ਕਿਆ ਉਲਟਾਉਣ ਯੋਗ ਹੈ? ਕਿਆ ਇਹ ਪਰਤਮਾ ਹੈ? ਨਹੀਂ, ਦਹੀਂ ਤੋਂ ਦੁੱਧ ਨਹੀਂ ਬਣਾਇਆ ਜਾ ਸਕਦਾ, ਕਿਉਂਕਿ ਇਹ ਇੱਕ ਰਸਾਇਣਿਕ ਪਰਿਵਰਤਨ ਹੈ। ਇਸ ਬਾਰੇ ਚਰਚਾ ਆਪਾਂ ਬੜੀਆਂ ਕਲਾਸਾਂ ਵਿੱਚ ਕਰਾਂਗੇ।
तो प्यारे बच्चों, इस ਲੈਸਨ ਦੇ ਵਿੱਚ ਆਪਾਂ ਪੜ੍ਹਿਆ ਹੈ ਕਿ ਪਰਿਵਰਤਨ ਜਿਹੜੇ ਹੈ ਦੋ ਕਿਸਮ ਦੇ ਹੁੰਦੇ ਹਨ, ਉਲਟਾਉਣਯੋਗ ਅਤੇ ਨਾ ਉਲਟਾਉਣਯੋਗ। ਅਜਿਹੇ ਪਰਿਵਰਤਨ ਜਿਨ੍ਹਾਂ ਤੋਂ ਅੰਤਿਮ ਅਵਸਥਾ ਤੋਂ ਮੁੱਢਲੀ ਅਵਸਥਾ ਪੈਦਾ ਕੀਤੀ ਜਾ ਸਕਦੀ ਹੈ ਉਸ ਨੂੰ ਉਲਟਾਉਣਯੋਗ ਜਾਂ ਪਰਤਵੇਂ ਪਰਿਵਰਤਨ ਕਹਿੰਦੇ ਹਨ। ਜਦਕਿ ਅਜਿਹੇ ਪਰਿਵਰਤਨ ਜਿਨ੍ਹਾਂ ਵਿੱਚ ਅੰਤਿਮ ਅਵਸਥਾ ਤੋਂ ਮੁੱਢਲੀ ਅਵਸਥਾ ਪੈਦਾ ਨਹੀਂ ਕੀਤੀ ਜਾ ਸਕਦੀ ਉਹਨਾਂ ਨੂੰ ਨਾ ਉਲਟਾਉਣਯੋਗ ਜਾਂ ਅਪਰਤਵੇਂ ਪਰਿਵਰਤਨ ਕਿਹਾ ਜਾਂਦਾ ਹੈ। ਤੋ ਮੈਨੂੰ ਲੱਗਦਾ ਹੈ ਵੀ ਇਹ ਲੈਸਨ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਤੋ ਅਗਲੀ ਵੀਡੀਓ ਦੇ ਨਾਲ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।